आपे आप पाया। नानक सदा पिर रावै अपना। जिन गुर चरनी चित लाया। फिर पायड़ा बालड़िए आन दिन सहजे माती राम। गुरमति मन आनंद भया। तित तन मैल न राती राम। तित तन मैल न राती हर प्रभ राती। मेरा प्रभ मेल मिलाए। अन दिन रावै हर प्रभ अपना। विचों आप गवाए। गुरमत पाया सहज मिलाया। अपने प्रीतम राती। नानक नाम मिलै वड्याई। प्रभ रावै रंग राती। फिर रावै रंग रातड़िए। फिर का महल तिन पाया राम। सो सहो अत निर्मल दाता। जिन विचों आप गवाया राम। विचों मोह चुकाया जा हर पाया। हर का मन मन पानी। अन दिन गुण गावै नित साचे। कथै अकथ कहानी। जुग चारे साचा एको वरतै। बिन गुर किनै न पाया। नानक रंग रवै रंग राती। जिन हर सेती चित लाया। कामन मन सुहेलड़ा। साजन मिले प्यारे राम। गुरमति मन निर्मल हुआ। हर राख्या उर धारे राम। हर राख्या उर धारे अपना कारज सवारे। गुरमति हर जाता। प्रीतम मोह लिया मन मेरा। पाया कर्म विधाता। सतगुरु सेव सदा सुख पाया। हर वसया मन मुरारे। नानक मेल लई गुर अपने। गुर कै शब्द सवारे। सतगुरु सेव सदा सुख पाया। हर वसया मन मुरारे। नानक मेल लई गुर अपने। गुर कै शब्द सवारे। सतगुਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਪਿਆਰ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਵਿੱਤਰ ਹੁਕਮਨਾਮਾ ਸਤਿਗੁਰਾਂ ਨੇ ਅਪਾਰ ਰਹਿਮਤ ਦੇ ਘਰ ਦੇ ਵਿੱਚ ਆ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਕੀਤਾ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਤੇ ਪਾਵਨ ਸਰੂਪ ਵਿੱਚ 771 ਅੰਗ ਤੇ ਸੁਭਾਇਮਾਨ ਹੈ। ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਤੀਸਰੇ ਗੁਰੂ ਨਾਨਕ ਦੇਵ ਮਹਾਰਾਜ, ਤੀਜੇ ਪਾਤਸ਼ਾਹ ਅੱਜ ਦੇ ਹੁਕਮਨਾਮੇ ਵਿੱਚ ਉਪਦੇਸ਼ ਦਿੰਦੇ ਹਨ। ਜੇ ਲੋੜ ਹੈ ਵਰ ਬਾਲੜੀਏ, ਤਾਂ ਗੁਰ ਚਰਨੀ ਚਿਤ ਲਾਏ ਰਾਮ।
सदा होवै सुहागणी, हर जियो मरै ना जाए राम। सतगुਰਾਂ ने ਅੱਜ ਦੇ ਪਵਿੱਤਰ ਹੁਕਮਨਾਮੇ ਨੂੰ ਰਾਗ ਸੂਹੀ ਵਿੱਚ ਅੰਕਿਤ ਕੀਤਾ। ਰਾਗ ਸੂਹੀ ਜੋ ਹਿਰਦੇ ਵਿੱਚ ਪ੍ਰੇਮ ਦੀ ਭਾਵਨਾ ਪੈਦਾ ਕਰਦਾ। ਆਨੰਦ ਕਾਰਜ ਵੇਲੇ ਵੀ ਜੋ 4 ਲਾਵਾਂ ਪੜ੍ਹੀਆਂ ਜਾਂਦੀਆਂ ਹਨ ਉਹ ਵੀ ਰਾਗ ਸੂਹੀ ਵਿੱਚ ਅੰਕਿਤ ਨੇ। ਭਾਵ ਉਹ ਪਿਆਰ ਹਿਰਦੇ ਵਿੱਚ ਪੈਦਾ ਹੋਏ ਜਿਹਦੇ ਕਰਕੇ ਰੱਬ ਨਾਲ ਮੇਲ ਹੋ ਜਾਏ। ਸੋ ਗੁਰੂ ਮਹਾਰਾਜ ਫਰਮਾਉਂਦੇ ਹਨ, ਜੇ ਤੂੰ ਜੀਵ ਇਸਤਰੀ ਚਾਹੁੰਦੀ ਹੈ, ਤੇਰਾ ਆਨੰਦ ਕਾਰਜ ਉਸ ਵਾਹਿਗੁਰੂ ਨਾਲ ਹੋ ਜਾਏ। ਜੇ ਲੋੜ ਹੈ, ਵਰ ਬਾਲੜੀ ਹੈ, ਬਾਲੜੀ ਹੈ ਭਾਵ ਬੱਚੀ, ਸੰਬੋਧਿਤ ਕੀਤਾ ਆਪਣੀ ਜੀਵ ਆਤਮਾ ਨੂੰ। ਲੋੜ ਹੈ ਮੈਨੂੰ, ਜੇ ਤੈਨੂੰ ਲੋੜ ਹੈ, ਜੇ ਤੂੰ ਸੁਖੀ ਵਸਣਾ ਚਾਹੁੰਦੀ ਹੈ, ਤੇਰਾ ਬਸ ਇੱਕ ਇਲਾਜ ਹੈ, ਉਸ ਖਸਮ ਪਤੀ ਪਰਮੇਸ਼ਰ ਨਾਲ ਆਪਣਾ ਆਨੰਦ ਕਾਰਜ ਕਰ ਲੈ। ਪਰ ਆਨੰਦ ਕਾਰਜ ਤਾਂ ਹੋਏਗਾ ਜੇ ਆਪਣਾ ਚਿੱਤ ਗੁਰੂ ਦੇ ਨਾਲ ਜੋੜੇਂਗੀ। ਫਿਰ ਕਿਹੜੀ ਕਹਾਣੀ ਬਣੇਗੀ, ਕਿਹੜੀ ਕਿਰਪਾ ਹੋਏਗੀ। ਸਦਾ ਹੋਵੈ ਸੁਹਾਗਣੀ, ਹਰ ਜਿਉ ਮਰੈ ਨਾ ਜਾਏ ਰਾਮ। ਹਮੇਸ਼ਾ ਸੁਹਾਗਣ ਹੋਵੇ, ਕਿਉਂਕਿ ਤੇਰਾ ਆਨੰਦ ਕਾਰਜ ਉਸ ਪਰਮੇਸ਼ਰ, ਉਸ ਕਰਤੇ ਦੇ ਨਾਲ ਹੋਇਆ। ਨਾ ਕਦੀ ਮਰਦਾ, ਨਾ ਕਦੀ ਆਉਂਦਾ ਤੇ ਨਾ ਕਦੀ ਜਾਉਂਦਾ। ਭਾਵ ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਇਸ ਦੁਨੀਆ ਦੇ ਵਿੱਚ ਵਿਚਰਦੇ ਨੇ। ਜੇ ਤੂੰ ਆਪਣਾ ਚਿੱਤ ਗੁਰੂ ਨਾਲ ਜੋੜ ਲੈ, ਤੇਰਾ ਸੰਬੰਧ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਬਣ ਜਾਏ, ਤੇ ਕਦੇ ਵੀ ਤੂੰ ਵਿਧਵਾ ਨਹੀਂ ਹੋਏਗੀ। ਕਹਿੰਦੇ ਵਿਧਵਾ ਹੋ ਗਏ, ਵਿਧਵਾ ਹੋ ਕੇ ਸਾਧ ਸੰਗਤ ਜੀ ਦੁਨਿਆਵੀ ਤੌਰ ਤੇ ਜੇ ਕਿਸੇ ਦਾ ਖਸਮ ਚੜ੍ਹਾਈ ਕਰ ਜੇ, ਜਾਂ ਕੋਈ ਬਹੁਤ ਪਿਆਰਾ ਸੰਬੰਧੀ ਆ, ਸਾਕ ਹੈ, ਉਹ ਚੜ੍ਹਾਈ ਕਰ ਜੇ, ਕਿੰਨੇ ਕਿੰਨੇ ਸਾਲ ਇਨਸਾਨ ਡਿਪਰੈਸ਼ਨ 'ਚ ਰਹਿੰਦਾ। ਮਹਾਰਾਜ ਸਾਨੂੰ ਅੱਜ ਉਪਦੇਸ਼ ਦਿੰਦੇ ਨੇ, ਭਾਈ ਦੁਨੀਆ ਦਾ ਕੋਈ ਭਰੋਸਾ ਨਹੀਂ। ਇੱਕ ਤੇ ਜਿਹੜਾ ਵਿਛੋੜਾ ਹੈ ਉਹ ਮਰ ਕੇ ਹੁੰਦਾ, ਵੀ ਇੱਕ ਜੀ ਮਰ ਗਿਆ, ਦੂਜਾ ਜੀ ਵਿਛੋੜੇ ਕਰਕੇ ਡਿਪਰੈਸ਼ਨ 'ਚ ਆ ਗਿਆ। ਪਰ ਅੱਜ ਕੱਲ੍ਹ ਦਾ ਸਮਾਂ ਇੱਕ ਬੜਾ ਅਜੀਬੋ ਗਰੀਬ ਸਮਾਂ, ਜਿਹਦੇ ਵਿੱਚ ਜਿਉਂਦਿਆਂ ਜੀ ਵਿਛੋੜਾ ਹੋ ਜਾਂਦਾ। ਵਿਛੋੜਾ ਵੀ ਬੜਾ ਸੌਖਾ ਅੱਜ ਕੱਲ੍ਹ। ਵਕੀਲ ਬਹੁਤ ਨੇ ਆਲੇ ਦੁਆਲੇ ਬੈਠੇ, ਜਾ ਕੇ ਡਿਵੋਰਸ ਦਾ ਪੇਪਰ ਸਾਈਨ ਕਰਾ ਲਓ। ਇੱਕ ਬੰਦਾ ਦੂਜੇ ਕੋਨੇ 'ਚ ਰਹਿੰਦਾ, ਦੂਜਾ ਬੰਦਾ ਕਿਤੇ ਹੋਰ ਰਹਿੰਦਾ, ਜਾ ਬੱਚੇ ਵਿੱਚ ਰੁਲਦੇ ਫਿਰਦੇ। ਪਰ ਮਹਾਰਾਜ ਪ੍ਰੇਰਨਾ ਕੀ ਦਿੰਦੇ ਨੇ ਵੀ ਜੇ ਤੂੰ ਆਪਣਾ ਸੰਬੰਧ ਵਾਹਿਗੁਰੂ ਨਾਲ ਜੋੜ ਲੈ, ਤੇਰੇ ਦੁਨੀਆ ਦੇ ਰਿਸ਼ਤੇ ਵੀ ਪੱਕੇ ਹੋ ਜਾਣਗੇ, ਰਿਸ਼ਤੇ ਟੁੱਟਣਗੇ ਨਹੀਂ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਬਾਤ। ਜੇ ਇੱਕ ਨੂੰ ਤੂੰ ਸੱਜਣ ਬਣਾ ਲੈ, ਵਾਹਿਗੁਰੂ ਨੂੰ ਆਪਣਾ ਮਿੱਤਰ ਬਣਾ ਲੈ, ਸਾਰੇ ਤੇਰੇ ਸੱਜਣ ਬਣ ਜਾਣਗੇ। ਸਾਧ ਸੰਗਤ ਜੀ, ਇੱਕ ਸਿੰਘ ਆ, ਉਹ ਕਹਿੰਦਾ ਵੀ ਮੇਰਾ ਵਿਆਹ ਨਹੀਂ ਹੁੰਦਾ। ਉਹ ਵਿਚਾਰਾ 36 ਸਾਲ ਦਾ ਹੋ ਗਿਆ। ਕਦੀ ਕਿਸੇ ਜੋਤਸ਼ੀ ਕੋਲ ਜਾਂਦਾ, ਕਦੀ ਕਿੱਥੇ ਹੱਥ ਦਿਖਾਉਂਦਾ ਜਾ ਕੇ, ਉਹ ਮੇਰਾ ਵਿਆਹ ਨਹੀਂ ਹੁੰਦਾ ਜੀ। ਕਿਸੇ ਨੇ 100 ਪੌਂਡ ਧਰਾ ਲਿਆ, ਕਿਸੇ ਨੇ 500 ਪੌਂਡ ਧਰਾ ਲਿਆ। ਕੋਈ ਜਾ ਕੇ ਜੋਤਸ਼ੀਆਂ ਕੋਲ ਜਾਂਦਾ, ਮੇਰਾ ਵਿਆਹ ਜਾਂ ਟੁੱਟਣ ਵਾਲਾ, ਉਹ ਵੀ ਪੈਸੇ ਦੇਈ ਜਾਂਦਾ। ਫਿਰ ਕਿਸੇ ਬਾਬੇ ਕੋਲ ਚਲਾ ਗਿਆ, ਗੁਰਮੁਖ ਪਿਆਰੇ। ਉਹ ਗੁਰਮੁਖ ਪਿਆਰੇ ਕਹਿੰਦੇ, ਭਾਈ ਹਰ ਹਫ਼ਤੇ ਸਿਮਰਨ
साध संगत करिया कर, गुरुद्वारे जाके सेवा करिया कर, साध संगत विच बैठिया कर, कथा सुनिया कर, कीर्तन सुनिया कर। जिद्दां जिद्दां गुरु की बाणी समझ आएगी, विचार तेनों समझ आएगी, तेरे जीवन दे विच सच ते संयम पैदा होएगा। गुरु महाराज फरमांदे ने, सच संयम सदा है निर्मल, गुर कै शब्द शिंगारी राम। जदों साध संगत विच जाएगा, तेरे जीवन दे विच सच आएगा, तेरे जीवन दे विच संयम आएगा। जिथे पब्बां क्लबां दे विच तू डांस करदा सी, टपदा सी, हुण तेरा टपना नचना बंद हो गया, तेरा मन निर्मल हो जाएगा, ते जो मांगे ठाकुर अपने ते सोई सोई देगा, दुनिया की खज्जल खुआरी देगी। ऐदा ही होया साध संगत जी। गुरु ग्रंथ साहब महाराज की बाणी पढ़नी शुरू की, सहज पाठ रखिया, हुण जीवन दे विच बहुत सुखी है। भाव ਜਿਹੜੇ भी गुरु के चरणों में जुड़े ने सच्चे मायने दे विच, मैं इतिहास के पन्ने फिर एक बारी खोलदा। गुरु अमरदास जी महाराज की सेवा की भाई जेठा जी ने, सेवा करते सी भाई रामा जी, सेवा करते सी बाबा मोहरी जी ते बाबा मोहनी जी, उन्होंने सपुत्र बीबी भाणी जी, बीबी दाणी जी, सारे सेवा करते सी। इन्हां दे मन दे विच इच्छा सी भई सानू गुरु की बख्शिश प्राप्त हो, पर भाई जेठा जी उन्हां दे मन दे विच इच्छा सी मैनू कुछ नहीं चाहिए, जो गुरु देगा ठीक है, पर मैं करनी गुरु की सेवा। हुण सोचनी दे विच अंतर, सारियां दे विचों पंजां दे विचों एक गुरमुख प्यारे ने गुरु दे नाल चित लाया, सेवा की है निष्काम हो। तां ही महाराज ने बाणी दे विच बिल्कुल स्पष्ट लिखिया, सेवा करत होए निकामी। निकामी मैंने कोई कामना ही नहीं, कोई इच्छा ही नहीं, सेवा करते ने क्योंकि प्यार इन्ना गुरु दे नाल, सेवा करके मन खुश होंदा। जिन्हां ने सेवा की है तो निकाम रहे ने, तिसको होत प्राप्त स्वामी। पर हैरानी की गल है, सुखनी साहब का पाठ रखिया, संगत नूं सारिआं नूं बुलाया, अरदास कराई, महाराज पुत दी दात बख्शो। किहड़ी बाणी पढ़ी? सेवा करत सेवा करो, सुखनी साहब का पाठ कराओ, लंगर कराओ, पर अरदास करो मालका अपने दर्शन दिओ, सारे परिवार नूं गुरमुख बनाओ। सो गुरु महाराज अज दे हुक्मनामे विच अरदास करन दी जाच सिखाते। मेरा प्रभ साचा सद ही साचा, जिन आपे आप उपाया। फिर महाराज ने क्लीयर किया, मेरा प्रभु सच्चा। हुण कई धर्मां दे लोग, कई मनुख कुछ इहो जिहियां हस्तियां दे विच विश्वास रखते हैं भई वो साडा वाहिगुरू, पर महाराज ने इस शब्द विच क्लीयर किया, वाहिगुरू वो है जिन्हें अपने आप नूं बनाया। क्योंकि जिहड़े ब्रह्मा विष्णु महेश होर देवी देवते दुनिया दे, उन्हां नूं वाहिगुरू ने बनाया। सो वो वाहिगुरू नहीं, वो परमात्मा नहीं, वो परमात्मा दी अंश ने पर परमात्मा नहीं। पर उहदे नाल असीं चित लाउणा है जिन्हें अपने आप नूं आप बनाया। हुण महाराज सारे इशारे कर रहे हैं, आपी ने आप साजियो, आपी ने रचियो नाओ, दुई कुदरत साजिया कर आसन डिठो चाओ, दाता करता आप तू,
तुस देवै करै पसाओ। दाता भी मालका तू आप है, करता भी तू आप है। तू दाता दे के खुश होना, मैं तेरी सेवा करनी। नानक सदा पिर रावे अपना, जिन गुर चरनी चितलाया। ਉਹ ਵਾਹਿਗੁਰੂ ਨੂੰ ਪਿਰ ਦਾ ਭਾਵ ਪਤੀ, ਰਾਵੇ ਮੈਨ ਮਾਨੇ ਆਨੰਦ ਮਾਣਨਾ, ਕਿਸੇ ਚੀਜ਼ ਦੀ ਖੁਸ਼ੀ ਪ੍ਰਾਪਤ ਹੋਣੀ। ਮਾਂ ਕਹਿੰਦੇ ਉਹਨਾਂ ਨੂੰ ਵਾਹਿਗੁਰੂ ਦੀ ਹੋਣ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਵਿੱਚ ਆਪਣਾ ਚਿੱਤ ਲਾ ਲਿਆ। ਬਾਣੀ ਪੜ੍ਹਨ ਦਾ, ਸਾਧ ਸੰਗਤ ਕਰਨ ਦਾ, ਸੇਵਾ ਕਰਨ ਦਾ ਫਲ ਸਾਧ ਸੰਗਤ ਜੀ ਗੁਰੂ ਮਹਾਰਾਜ ਫਰਮਾਉਂਦੇ ਹਨ, ਪ੍ਰੀਤਮ ਮੋਹ ਲਿਆ ਮਨ ਮੇਰਾ, ਪਾਇਆ ਕਰਮ ਵਿਦਾਤਾ। ਮੈਂ ਵਾਹਿਗੁਰੂ ਦੀ ਉਸਤਤ ਸੁਣ ਕੇ ਇੰਨੀ ਦੀਵਾਨੀ ਹੋ ਗਈ ਹਾਂ, ਮੇਰਾ ਮਨ ਵਾਹਿਗੁਰੂ ਨੇ ਮੋਹ ਲਿਆ, ਇੰਨੀ ਖਿੱਚ ਪਾਈ ਆ ਤੇ ਮੈਨੂੰ ਹੋਰ ਕਿਸੇ ਚੀਜ਼ ਦੀ ਇੱਛਾ ਹੀ ਨਹੀਂ ਰਹਿ ਗਈ। ਪ੍ਰੀਤਮ, ਹੁਣ ਮੈਨੂੰ ਪਤਾ ਲੱਗਾ ਵੀ ਪ੍ਰੀਤਮ ਤੇ ਵਾਹਿਗੁਰੂ ਸੀ, ਪਿਆਰਾ ਤੇ ਵਾਹਿਗੁਰੂ ਸੀ। ਵਾਹਿਗੁਰੂ ਕਦੀ ਡਿਵੋਰਸ ਨਹੀਂ ਕਰਦਾ, ਵਾਹਿਗੁਰੂ ਜੀ ਕਦੀ ਮਰਦੇ ਨਹੀਂ, ਹਮੇਸ਼ਾ ਸਾਡੇ ਨਾਲ ਨੇ। ਇਹ ਜਨਮ ਦੇ ਵਿੱਚ ਵੀ ਨਾਲ ਨੇ, ਪਿਛਲੇ ਜਨਮ ਦੇ ਵਿੱਚ ਵੀ ਸਾਡੇ ਨਾਲ ਸੀ, ਅਗਲੇ ਜਨਮ ਦੇ ਵਿੱਚ ਵੀ ਸਾਡੇ ਨਾਲ। ਪਰ ਅਸੀਂ ਇੱਕ ਮੁਸਾਫਰ ਦੀ ਤਰ੍ਹਾਂ ਕਿਸੇ ਨਾਲ ਚਿੱਤ ਲਾ ਲਿਆ। ਬਟਾਊ ਸਿਉ ਜੋ ਲਾਵੇ ਨਹਿ, ਤਾਂ ਕੋ ਹਾਥ ਨਾ ਆਵਤ ਕੇ। ਬਟਾਊ ਮੈਨੇ ਮੁਸਾਫਰ, ਜੇ ਮੁਸਾਫਰ ਦੇ ਨਾਲ ਆਪਣਾ ਪਿਆਰ ਪਾ ਲਿਆ, ਇਹ ਦੁਨੀਆ ਦੇ ਨਾਲ ਪਿਆਰ ਪਾ ਲਿਆ ਜਿਹੜੀ ਨਾਸ਼ਵੰਤ ਹੈ, ਹੱਥ ਦੇ ਵਿੱਚ ਕੁਝ ਨਹੀਂ ਆਉਣਾ। ਸੋ ਉਹਦੇ ਨਾਲ ਪਿਆਰ ਪਾਓ ਜਿਹਨੇ ਤੁਹਾਡੇ ਨਾਲ ਹਮੇਸ਼ਾ ਰਹਿਣਾ। ਯਾਦ ਰਹੇ ਸਾਧ ਸੰਗਤ ਜੀ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਸੋ ਗੁਰੂ ਮਹਾਰਾਜ ਕਿਰਪਾ ਕਰਨ। ਬਾਕੀ ਦਾ ਸਮਾਂ ਅੰਗਰੇਜ਼ੀ ਦੇ ਵਿਚਾਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਕਰਨੇ ਹਨ। ਸੋ ਦਾਸ ਨੂੰ ਖਿਮਾ ਬਖਸ਼ਣੀ, ਅਸੀਸਾਂ ਦੇਣੀਆਂ। ਗੁਰੂ ਮਹਾਰਾਜ ਦੀ ਬਾਣੀ ਦੇ ਭਾਵ ਅਰਥ ਅਸੀਂ ਸਮਝ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਸੂਹੀ ਮਹਿਲਾ ਪੰਜਵਾਂ, ਜੇ ਲੋੜੈ ਵਰ ਬਾਲੜੀਏ, ਤਾਂ ਗੁਰ ਚਰਣੀ ਚਿਤ ਲਾਏ ਰਾਮ। ਸਦਾ ਹੋਵੈ ਸੁਹਾਗਣੀ, ਹਰ ਜਿਉ ਮਰੈ ਨਾ ਜਾਏ ਰਾਮ। Today's Hukamnama is blessing from Sachkhand Shri Harmandir Sahib. Guru Maharaj has blessed the Hukamnama for enlightenment for the whole humanity. Hukamnama is placed in Dhan Dhan Shri Guru Granth Sahib Ji Maharaj on Ang 771. Dhan Dhan Guru Amar Das Ji Maharaj has composed today's Hukamnama in Rag Suhi, which creates the devotional mood. The four lama, the four shabads, which are recited and sung on every wedding ceremony, they are also composed in Rag Suhi. The essence of the shabad is that we develop love and devotion for our Creator. It is a very uphill task. There are so many distractions in this world. It's an uphill task. Distractions are too much attachment with people we love. Distraction is we don't like everyone. We have enemies. We have people we hate. We are worried about our financial position.
We are concerned about our security. Someone might have too much money. That person is so worried how to ensure and guarantee security for his house, security for the possessions. So these are distractions. Then there are temptations. I often wonder, people can sit in front of the TV for 4 hours to watch the movies. When it comes to meditation, remember the Creator. Within 5 minutes, people want to get up and go. Reason: people haven't found the happiness and joy in meditation. Today's Hukamnama opens our eyes. Guru Maharaj reveals that if you want to live forever, if you want to remain in bliss and peace forever, then you need to get married to the Almighty Creator, who is Husband Lord, and your soul is Baladi. Baladi means a bride. जे लोड़ा वर बालड़ी है ता गुर चरनी चित लाए राम. If you want to get married to Husband Lord, oh my bride soul, then you have to obey what Guru tells you to obey. Ta gur charni chit laye ram. Then focus your conscience on Guru's feet, which implies Guru's Shabad. Sada howe sohagani, har jiyo mare na jaye ram. You will always remain sohagani, means ever bride. You will never get widowed. You will never lose your husband, because once you get connection with Vaheguru, you get married to Vaheguru. Vaheguru is eternal, who never dies, is there forever, and you will become eternal. That's the good news. In Sikh faith, there is no concept of physical heaven and physical hell. Heaven is state of mind where you are connected with Almighty Lord, and Almighty Lord always abides in heaven. Whilst one is alive, can remain in heaven by connecting the conscience to Almighty Lord. Simple as that. Some people who have everything in their life, they are married, they have wealth, they have everything, but they are feeling miserable. Why? They might have all the heavenly possessions, but they are miserable. Reason is, they are not connected to the bliss, the source of bliss, Gur Prasad, the source of wisdom and the bliss and the Gyan. So Guru Maharaj reveals, if you connect to Vaheguru, all your worldly desires will come to fruition. There was one Singh, he's 37 now and always complains, I'm not finding suitable partner for myself. There is another Singhani, he is complaining that I got married at the age of 22. My husband doesn't care for me. Some people want children. We want children. They pray to Vaheguru, we want children. They don't get children. Some people are praying to Vaheguru, they are going to the fortune tellers. We have children, but children don't obey us. I absolutely get confused. You know, Bani is so real.
Bani is telling you, don't desire for worldly things. People who have possessions, they are miserable. People who do not have possessions, they are praying for possessions, they are miserable. So Guru Maharaj describes in the Bani in a beautiful way. जिस ग्रह बहुत तिसे ग्रह चिंता, जिस ग्रह थोड़ी सो फिरे प्रमंता. Person who is poor, he is worried. He is wandering around looking for wealth. The person who has too much is also stressed. दुहों व्यवस्था तेजो मुक्ता सोई सुहेला पालिया. That person is absolutely peaceful, who is free from both the states, who is looking for Vaheguru. So now Satsangaji, from the history, let's open the pages of history. Guru Amar Das Ji, the third Sikh Guru, he has two daughters and two sons. Baba Mori Ji, his older son, Baba Moni Ji, second son, Bibi Pani Ji and Bibi Dani Ji, two daughters. Then he has two son-in-laws, Bhai Rama Ji, who is married to Bibi Dani Ji, and Bhai Jetha Ji, who is married to Bibi Pani Ji. All serve the Satguru. They have desire in their mind that Satguru may bless them one day with the Guruship or great seva, so they will be known in the world. There is a worldly desire. But Bhai Jetha Ji, whenever Bhai Jetha Ji serves the Guru, he has only one desire, that I want to serve the Guru. I don't want anything. Whatever Guru will give me, that's fine, because Guru knows what I need. So Satsangaji, who gets the Guruship out of all six? Bhai Jetha Ji. Because his mind is focused on serving the Guru, and he is doing a great service to the Guru, 100%, with 100% dedication. And that's what Guru Maharaj's message is. Sach sanjam sada hai nirmal gur ke shabad singhari. When we serve the Guru, our life becomes truthful. We become absolutely honest. Sanjam. Sanjam means self-control. People can sit in front of the television for 4 hours, doing Simran, coming to the Satsangat, doing Seva. No one turns up. This is obvious. It's quite natural. There is a beautiful Sakhi of Bhagat Farid Ji. When Bhagat Farid Ji was young, his mother used to say to him, you should remember Allah. And Bhagat Farid Ji used to say, I want to play first with my friends. Mother used to tempt him that if you remember Allah, do your namaz, then Vaheguru will place sweets under the mat. And every child loves sweets. You go to dentist, what does dentist say? After the treatment, dentist will give the children some sweet so they can come back again for treatment. Every child loves the sweet. So Bhagat Farid Ji used to meditate, not for love of Vaheguru, but to get the sweet initially. One day mother forgot to place the sweet under the mat. But that day Bhagat Farid Ji, he was a young child. He was meditating, remembering Allah, remembering Almighty God, and all of a sudden God manifested within his mind. He started enjoying the amrit, the nectar within the body. When mother remembered that she had forgotten to place the sweet under the mat, she came running back,
thinking that still there is a time to put the sweet in, but at that time, Bhagat Farid ji, he was one with Vaheguru. And he uttered this shabad, Farida, शक्कर खंड निवात गुड़ माखियों माझा दूध सबे वस्तु मिठियां रब ना पूजन तुद. Oh my mother, the candy is very sweet, milk is very sweet, sugar is sweet, but nothing is sweet like Vaheguru's nectar. So essence is, do seva with love, read Gurbani with pyar, practice Gurbani in your life, have self-control, practice truth in your life, and you will see the result that you will start enjoying Vaheguru's presence within your body, and you are married to Vaheguru. Have a great day. प्यार ना फतेह सांझी करनी जी. वाहेगुरु जी का खालसा, वाहेगुरु जी की फतेह.